पाकिस्तान तो भारत पहुंचा सी, लेकिन कई इस तरह के सरबजीत ने जो कि अपने घरों ते गए लेकिन वापस नहीं आ सके। जी हाँ, असी मौजूद हाँ ਅੰਮ੍ਰਿਤਸਰ ਦੇ ਚੀਚਾ ਪਿੰਡ ਦੇ ਵਿੱਚ, ਜਿੱਥੇ ਇੱਕ ਨੌਜਵਾਨ ਜੋ ਕਿ 1992 ਦੇ ਵਿੱਚ ਭਰਤੀ ਹੁੰਦਾ ਹੈ ਅਤੇ ਉਸ ਤੋਂ ਬਾਅਦ 1998 ਵਿੱਚ ਆਪਣੀ ਨੌਕਰੀ ਤੇ ਜਾਂਦਾ ਹੈ, ਲੇਕਿਨ ਰਸਤੇ ਵਿੱਚ ਹੀ ਗਾਇਬ ਹੋ ਜਾਂਦਾ ਹੈ। ਕਰੀਬ 21 ਸਾਲ ਤੋਂ ਬਾਅਦ ਉਸ ਨੌਜਵਾਨ ਦਾ ਪਤਾ ਲੱਗਾ ਹੈ ਤੇ ਉਹ ਪਟਿਆਲੇ ਦੇ ਇੱਕ ਪਿੰਡ ਦੇ ਵਿੱਚ ਲੋਕਾਂ ਵੱਲੋਂ ਉਸ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀਗਾ, ਕਿਉਂਕਿ ਲਗਾਤਾਰ ਹੀ ਜੇਕਰ ਕਾਫੀ ਗੱਲਾਂ ਸਾਹਮਣੇ ਆਉਣ ਤੇ ਲੋਕਾਂ ਨੂੰ ਬੰਦੂਆ ਮਜ਼ਦੂਰ ਬਣਾਉਂਦੇ ਜਿਹੜੇ ਕਾਫੀ ਜਿਹੜੇ ਸੀਗੇ ਚਰਚੇ ਜਿਹੜੇ ਸੀਗੇ ਉਹ ਪਹਿਲੋਂ ਛਿੜਦੇ ਰਹਿੰਦੇ ਸੀਗੇ। ਲੇਕਿਨ ਇਹ ਇੱਕ ਹਵਾਈ ਚਰਚਾ ਹੈ ਜਿਹੜਾ ਕਿ 21 ਸਾਲ ਬਾਅਦ ਜਿਹੜਾ ਇੱਕ ਨੌਜਵਾਨ ਦਾ ਜਿਹੜਾ ਹੈ ਉਹ ਪਤਾ ਲੱਗਾ ਸੀ। ਉਸਦੇ ਘਰ ਮੌਜੂਦ ਆ, ਤੁਹਾਨੂੰ ਇੱਕ ਵਾਰ ਉਹਨਾਂ ਦੇ ਘਰ ਦੇ ਹਾਲਾਤ ਦਿਖਾ ਦਿੰਦੇ ਆ ਕਿ ਚੁੱਲ੍ਹੇ ਜਿਹੜੇ ਨੇ ਬਿਲਕੁਲ ਹੀ ਸ਼ਾਂਤ ਹੋਏ ਪਏ ਨੇ, ਬੜੇ ਠੰਡੇ ਪਏ ਨੇ ਚੁੱਲ੍ਹੇ, ਕਿਉਂਕਿ ਲਗਾਤਾਰ ਹੀ ਇੱਕੋ ਹੀ ਵਿਅਕਤੀ ਸੀਗਾ ਜੋ ਕਿ ਸਰਕਾਰੀ ਨੌਕਰੀ 'ਚ ਸੀ, ਲੇਕਿਨ 21 ਸਾਲ ਤੋਂ ਹੀ ਘਰੋਂ ਆਪਣੇ ਜਿਹੜਾ ਸੀਗਾ ਗਾਇਬ ਸੀਗਾ। ਲੇਕਿਨ ਪਰਿਵਾਰ ਵੱਲੋਂ ਉਸ ਨੂੰ ਲਗਾਤਾਰ ਹੀ ਲੱਭਣ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਸੀ, ਕਿਤੇ ਨਾ ਕਿਤੇ ਉਹਨੂੰ ਬੂਰ ਪੈਂਦਾ ਹੋਇਆ ਨਜ਼ਰ ਵੀ ਆ ਰਿਹਾ ਹੈ। ਦੂਸਰੇ ਪਾਸੇ ਕਿ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਪਰਿਵਾਰ ਦੇ ਵਿੱਚ ਵੀ ਹੁਣ ਖੁਸ਼ੀ ਦੀ ਜ਼ਰੂਰ ਲਹਿਰ ਹੈ, ਕਿਉਂਕਿ 21-22 ਸਾਲ ਤੋਂ ਜਿਹੜਾ ਨੌਜਵਾਨ ਘਰੋਂ ਗਾਇਬ ਸੀਗਾ, ਹੁਣ ਉਹ ਕਿਤੇ ਨਾ ਕਿਤੇ ਉਸ ਦੀ ਆਸ ਜਿਹੜੀ ਆ ਉਹ ਜ਼ਰੂਰ ਜਾਗਦੀ ਹੋਈ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਅਗਰ ਘਰ ਦੀ ਗੱਲ ਕੀਤੀ ਜਾਵੇ ਤੇ ਘਰ ਦੇ ਹਾਲਾਤ ਜਿਹੜੇ ਨੇ ਜ਼ਰੂਰ ਤਰਸਯੋਗ ਨੇ, ਕਿਉਂਕਿ ਅਗਰ ਉਹ ਨੌਜਵਾਨ ਸਰਕਾਰੀ ਨੌਕਰੀ ਤੇ ਹੁੰਦਾ ਤੇ ਸ਼ਾਇਦ ਅੱਜ ਇਹ ਹਾਲਾਤ ਘਰ ਦੇ ਨਾ ਹੁੰਦੇ। ਦੂਸਰੇ ਪਾਸੇ ਕਿਤੇ ਨਾ ਕਿਤੇ ਉਸ ਦੀ ਜਿਹੜੀ ਸੀਗੀ ਉਡੀਕ ਜਿਹੜੀ ਆ ਜ਼ਰੂਰ ਖਤਮ ਹੋਈ ਆ, ਔਰ ਜਿਹੜਾ ਨੌਜਵਾਨ ਉਹਦੀ ਭਾਲ ਜਿਹੜੀ ਆ ਉਹ ਕੀਤੀ ਗਈ ਆ ਤੇ ਹੁਣ ਉਹਦੀ ਜਿਹੜੀ ਆ ਸ਼ਨਾਖਤ ਜਿਹੜੀ ਆ ਜ਼ਰੂਰ ਹੋਈ ਆ। ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬੀਜੀ ਕੀ ਨਾਮ ਹੈ ਤੁਹਾਡਾ? ਵੀਰ ਕੌਰ। ਕਿੰਨਾ ਚਿਰ ਹੋ ਗਿਆ ਜੀ ਜਿਹੜਾ ਤੁਹਾਡਾ ਨੌਜਵਾਨ ਜਿਹੜਾ ਸੀਗਾ ਘਰੋਂ ਗਿਆ, ਔਰ ਤੁਹਾਡੀ ਕੀ ਰਿਸ਼ਤੇਦਾਰੀ ਹੈ ਉਹਨਾਂ ਦੀ? ਉਹ ਜੀ ਮੇਰਾ ਭਣੇਵਾ। ਅੱਛਾ ਜੀ। ਭਣੇਵਾ ਤੇ ਉਹਨੂੰ ਆਏ ਵਕਤ 23 ਸਾਲ ਹੋ ਗਏ ਘਰੋਂ ਆਏ ਤੇ ਉਦੋਂ ਬਾਅਦ ਨਹੀਂ ਉਹ ਆਇਆ, ਜਿਉਂ ਘਰ ਵਾ ਗਿਆ ਵਾ। ਡਿਊਟੀ ਤੋਂ ਗਿਆ ਵਾ ਤੇ ਡਿਊਟੀ ਤੇ ਗਿਆ, ਮੁੜ ਨਹੀਂ ਘਰ ਆਇਆ ਉਹ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਸ ਘਰ ਦੇ ਵਿੱਚ ਸਰਕਾਰੀ ਨੌਕਰੀ ਹੋਵੇ ਘਰ ਦੇ ਹਾਲਾਤ ਬੜੇ ਵਧੀਆ ਹੁੰਦੇ ਨੇ, ਲੇਕਿਨ ਘਰ ਦੇ ਹਾਲਾਤ ਬਹੁਤ ਮਾੜੇ ਨੇ। ਕੀ ਲੱਗਦਾ ਸੀਗਾ ਕਿ ਜਦੋਂ ਸਰਕਾਰੀ ਨੌਕਰੀ ਮਿਲੀ ਸੀਗੀ ਤੇ ਸੋਚਿਆ ਸੀਗਾ ਤੁਹਾਡੇ ਪਰਿਵਾਰ ਨੇ ਕਿ ਚੰਗੇ ਘਰ ਦੇ ਹਾਲਾਤ ਹੋ ਜਾਣਗੇ, ਸੁਖੱਲੇ ਹਾਲਾਤ ਰਹਿਣਗੇ? ਇਹੋ ਸੋਚਿਆ ਆਪਣੇ ਦਿਮਾਗ 'ਚ, ਤੇ ਇਹੋ ਸੋਚਿਆ ਵੀ ਚੰਗੇ ਹਾਲਾਤ ਹੋਣਗੇ ਤੇ ਅੱਗੇ ਮਾਲਕ ਦੀ ਜੋ ਮਰਜ਼ੀ ਉਹਨੇ ਉਹ ਕਰ ਦਿੱਤਾ। ਉਹ ਮੁੜ ਕੇ ਘਰ ਨਹੀਂ ਬੜਿਆ, 6 ਸਾਲ ਨੌਕਰੀ ਕੀਤੀ ਉਹਨੇ ਤੇ ਮੁੜ ਨਹੀਂ ਉਹ ਘਰ ਆਇਆ। ਤੇ ਘਰ ਦੇ ਵਿੱਚ ਹੋਰ ਕੌਣ ਨੇ, ਕੌਣ ਘਰ ਦੇ ਵਿੱਚ ਤੁਹਾਡੇ ਮੌਜੂਦ ਹੈ ਜਿਸ ਸਮੇਂ? ਇੱਥੇ ਘਰ ਦੇ ਵਿੱਚ ਇਹ ਦੋਵੇਂ ਭਰਾ ਵਾ ਤੇ ਮਾਂ ਪਿਓ ਇਹਨਾਂ ਦਾ ਉਹਨਾਂ ਨੂੰ ਤਰਸਦਾ ਹੀ ਮਰ ਗਿਆ ਵਿਚਾਰੇ ਦੋਵੇਂ। ਇੱਕ ਭਰਾ ਛੋਟਾ ਉਹ ਵੀ ਮਰ ਗਿਆ ਵਾ ਤੇ ਮਾਂ ਵੀ ਤੇ ਪਿਓ ਵੀ ਮਰ ਗਿਆ। ਹਾਂਜੀ। ਤੇ ਫਿਰ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਲਗਾਤਾਰ ਹੀ ਕੋਸ਼ਿਸ਼ ਕੀਤੀ ਗਈ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ। ਜਦੋਂ ਦਾ ਮਾਂ ਪਿਓ ਇਸ ਤਰ੍ਹਾਂ ਹੋ ਗਿਆ ਫੇਰ ਨਹੀਂ ਲੱਭਿਆ ਉਹਨੂੰ। ਵੀ ਇਹਨਾਂ ਨੇ ਆਖਿਆ ਵੀ ਕੀਤਾ ਵੀ ਹੁਣ ਕਿੱਥੇ ਚਲੇ ਗਿਆ, ਕੀ ਬਣਿਆ ਕੀ ਨਹੀਂ ਬਣਿਆ। ਹੁਣ ਦੱਸ ਪਈ ਆ ਤੇ ਹੁਣ ਪਤਾ ਲੱਗਾ ਤੇ ਹੁਣ ਵੀ ਲੱਭਣ ਜਾਂਦੇ ਉਹਨੂੰ। ਕਹਿੰਦੇ ਕਿ ਜਦੋਂ ਤੁਸੀਂ ਉੱਥੇ ਤੁਹਾਨੂੰ ਨੌਜਵਾਨ ਮਿਲ ਗਿਆ ਸੀਗਾ ਤੇ ਉਸ ਤੋਂ ਬਾਅਦ ਕੋਈ ਮਿਸਹੈਪਨਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਉਹਨੂੰ ਕੁਝ ਨਸ਼ੀਲਾ ਪਦਾਰਥ ਵੀ ਦਿੱਤਾ ਗਿਆ ਕਿ ਉਹਦੀ ਡੈਥ ਹੋ ਜਾਏ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਹੋ ਜਾਏ? ਇਹ ਤੇ ਹੁਣ ਇਹ ਗਏ ਆ ਮੁੰਡੇ ਤੇ ਇਹਨਾਂ ਨੇ ਆਂਦੇ ਵੀ ਲੈ ਕੇ ਤੁਰੇ ਆ ਤੇ ਉਹਨਾਂ ਸਾਡੇ ਨਾਲ ਗੱਡੀ 'ਚ ਨਹੀਂ ਬਹਿਣ ਦਿੱਤਾ ਤੇ ਗੱਡੀ 'ਚ ਨਹੀਂ ਬਾਇਆ ਨਾ, ਵੱਖਰਾ ਮੋਟਰਸਾਈਕਲ ਤੇ ਬਾਇਆ ਤੇ ਰਾਹ ਦੇ ਵਿੱਚ ਆਉਂਦੇ ਵੀ ਉਥੋਂ ਸਾਈਨ ਕਰਕੇ ਘਲਾਉਣਾ ਥਾਣਿਓ। ਰਾਹ ਦੇ ਵਿੱਚ ਆਉਂਦਾ ਆਂਦੇ ਉਲਟੀਆਂ ਕਰਨ ਡਿਆ ਪਿਆ। ਇਹ ਨਹੀਂ ਪਤਾ ਵੀ ਉਹਨਾਂ ਕੀ ਦਿੱਤਾ ਵਾ ਤੇ ਕੀ ਨਹੀਂ ਦਿੱਤਾ। ਅਕਸਰ ਹਮੇਸ਼ਾ ਹੀ ਮਾਂ ਦਾ ਬੱਚਿਆਂ ਦੇ ਨਾਲ ਬਹੁਤ ਪਿਆਰ ਹੁੰਦਾ। ਕਹਿੰਦੇ ਕਿ ਮਾਤਾ ਜੀ ਦੀ ਡੈਥ ਹੋ ਚੁੱਕੀ ਹੈ, ਕਦੀ ਤੁਹਾਡੇ ਨਾਲ ਗੱਲਬਾਤ ਕਰਦੇ ਸੀਗੇ ਮਾਤਾ ਜੀ ਕਿ ਬੇਟਾ ਵਾਪਸ ਆ ਜਾਏਗਾ ਤੇ ਘਰ ਦੇ ਹਾਲਾਤ ਵਧੀਆ ਹੋ ਸਕਦੇ ਨੇ? ਵਾਧੂ ਕਰਦੀ। ਸਾਡੀ ਭੈਣ ਸੀ ਸਾਡੇ ਘਰ ਜਾਂਦੀ ਸੀ, ਉਹ ਅਸੀਂ ਇਸ ਤਰ੍ਹਾਂ ਕਰਦੇ ਹਾਂ ਤੇ ਉਹ ਇਸ ਕਰਕੇ ਕਰਦੀ ਸੀ ਗੱਲਾਂ ਬਾਤਾਂ ਮੇਰੇ ਇਸ ਤਰ੍ਹਾਂ ਤੇ ਜਾ ਕੇ ਲੰਮੀ ਪੈ ਜਾਣਾ ਸਾਡੇ ਘਰ ਤੇ। ਉਹਨੇ ਐਂ ਵੀ ਜੇ ਤਾਂ ਪਰੇਸ਼ਾਨੀ ਦੇ ਵਿੱਚ ਹੀ ਰਹਿਣਾ ਵੀ ਮੇਰਾ ਇਸ ਤਰ੍ਹਾਂ ਹੀ ਨੌਕਰੀ ਤੇ ਲੱਗਾ ਸੀ, ਮੈਂ ਪਾਲਿਆ ਸੀ, ਮੈਂ ਪੜ੍ਹਾਇਆ ਸੀ ਤੇ ਹੁਣ ਘਰ ਨਹੀਂ ਆਉਂਦਾ। ਇਸੋ ਚਿੰਤਾ ਹੀ ਲੱਗੀ ਰਹਿੰਦੀ ਉਹਨੂੰ। ਬੜੀ ਸੋਹਣੀ ਸਿਹਤ ਉਹਦੀ ਹੁੰਦੀ ਸੀ, ਮੁੜ ਕੇ ਉਹ ਐ ਵੀ ਸੁੱਕ ਗਈ ਆ ਚਿੰਤਾ ਕਰ ਕਰਕੇ ਉਹਦੀ ਤੇ ਫਿਰ ਉਹ ਇਸ ਤਰ੍ਹਾਂ ਹੋ ਗਈ ਵਿਚਾਰੀ। ਫਿਰ ਅਕਸਰ ਹੀ ਘਰ 'ਚ ਹਾਲਾਤ ਬਹੁਤ ਮਾੜੇ ਰਹਿੰਦੇ ਹੋਣਗੇ ਕਿ ਮੇਰੇ ਖਿਆਲ ਨਾਲ ਮਾਤਾ ਜੀ ਰੋਂਦੇ ਵੀ ਬਹੁਤ ਹੋਣਗੇ ਜੇਕਰ ਉਹਨੂੰ ਆਪਣੇ ਬੱਚੇ ਨੂੰ ਯਾਦ ਕਰਦੇ ਹੋਣਗੇ। ਉਸ ਤੋਂ ਬਾਅਦ ਦੇਖੋ ਰੋਂਦੇ ਬੜਾ ਸੀ ਤੇ ਰੋਂਦੇ ਸੀ। ਪਿਓ ਦਾ ਵੀ ਇਸ ਤਰ੍ਹਾਂ ਤੁਰਿਆ ਫਿਰਦਾ ਹੁੰਦਾ ਸੀ, ਲੱਭਦਾ ਫਿਰਦਾ ਹੁੰਦਾ ਸੀ ਤੇ ਮੁੜ ਕੇ ਉਹਨੂੰ ਅਟੈਕ ਵੀ ਹੋ ਗਿਆ ਤਾਂ ਪਾਸਾ ਵੀ ਖਲੋ ਗਿਆ ਤੇ ਮੁੜ ਕੇ ਬਸ ਇਸ ਤਰ੍ਹਾਂ ਰਹਿੰਦੇ ਰਹਿ ਗਏ ਤੇ ਵਿਚਾਰੇ ਡੈਥ ਹੋ ਗਈ ਉਹਨਾਂ ਦੀ। ਫਿਕਰਾਨਾ ਹੀ ਹੋ ਗਈ ਉਹਨਾਂ ਦੀ। ਹੁਣ ਤੁਸੀਂ ਕੀ ਮੰਗ ਕਰਦੇ ਜਿਸ ਬੰਦੇ ਨੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਸੀਗਾ ਕਿ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ? ਉਹਨਾਂ ਦੀ ਹੋਣੀ ਚਾਹੀਦੀ ਕਾਰਵਾਈ। ਜਿਹੜਾ ਇੰਨਾ ਚਿਰ ਰੱਖਿਆ, ਜ਼ਿੰਦਗੀ ਤੇ ਉਹਦੀ ਅੱਧੀ ਲੰਘ ਗਈ ਉੱਥੇ ਹੀ ਤੇ ਹੁਣ ਉਹਨੇ ਵਿਚਾਰੇ ਉਹ ਤੇ ਰੂਪੋ ਕਰੂਪ ਹੋਇਆ, ਸੁੱਕ ਕੇ ਤਿੱਲੇ ਰਗਾਇਆ ਤੇ ਉਹਨਾਂ ਤੇ ਕੋਈ ਹੋਣੀ ਚਾਹੀਦੀ ਕਾਰਵਾਈ। ਹਾਂ, ਪਰਿਵਾਰ ਵੱਲੋਂ ਜ਼ਰੂਰ ਕਾਰਵਾਈ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਬਹੁਤ ਚਰਚਿਤ ਚਿਹਰਾ ਰਿਹਾ ਸੀਗਾ ਸਰਬਜੀਤ,
ਕਿਉਂਕਿ ਉਸ ਦੀ ਭੈਣ ਵੱਲੋਂ ਪਾਕਿਸਤਾਨ ਦੇ ਵਿੱਚ ਸਰਬਜੀਤ ਜਦੋਂ ਬੰਦ ਸੀਗਾ ਕੋਟ ਲਖਪਤ ਜੇਲ੍ਹ 'ਚ, ਤੇ ਬਹੁਤ ਸਾਰੀਆਂ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਸੀਗੀਆਂ, ਲੇਕਿਨ ਕਿਤੇ ਨਾ ਕਿਤੇ ਇੱਕ ਇਸ ਤਰ੍ਹਾਂ ਦੇ ਹੋਰ ਵੀ ਸਰਬਜੀਤ ਨੇ ਜਿਹੜੇ ਆਪਣੇ ਘਰੋਂ ਤੇ ਗਏ ਨੇ ਲੇਕਿਨ ਵਾਪਸ ਨਹੀਂ ਆ ਸਕੇ। ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਲੱਗਦਾ ਸੀਗਾ ਜਿਹੜਾ ਨੌਜਵਾਨ ਗਾਇਬ ਸੀਗਾ? ਮੇਰਾ ਸਰ ਦਿਲਬਾਗ ਸਿੰਘ ਨਾਮ ਆ ਜੀ। ਜੀ ਮੇਰਾ ਛੋਟਾ ਭਰਾ ਵਾ ਜੀ ਪ੍ਰਤਾਪ ਸਿੰਘ। ਜੀ ਤੇ ਕਿਦੋਂ ਦਾ ਗਾਇਬ ਸੀਗਾ ਉਹ? ਉਹ ਸਰ ਸਨ 1992 ਚ ਭਰਤੀ ਹੋਇਆ, ਉਸ ਤੋਂ ਬਾਅਦ 6 ਸਾਲ ਨੌਕਰੀ ਕਰਕੇ ਤੇ ਉਹ ਲਾਪਤਾ ਹੋ ਗਿਆ ਜੀ। 6 ਸਾਲ ਨੌਕਰੀ ਤੇ ਕਰਕੇ ਫਿਰ ਉਸ ਤੋਂ ਬਾਅਦ ਕਦੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਵੱਲੋਂ? ਸਰ ਬੜੀ ਲੱਭਣ ਦੀ ਕੋਸ਼ਿਸ਼ ਬੜੀ ਕੀਤੀ ਆ, ਕਦੀ ਕਿਤੇ ਜਾਓ ਕਦੀ ਕਿਤੇ ਜਾਓ, ਪਰ ਉਹ ਨਹੀਂ ਸਾਨੂੰ ਮਿਲਿਆ ਜੀ। ਤੇ ਅਸੀਂ ਮਹਿਕਮਾ ਵੀ ਲੱਭਦਾ ਰਿਹਾ, ਪੁੱਛਦੇ ਰਹੇ, ਸਾਡੇ ਕੋਲ ਆਉਂਦੇ ਰਹੇ ਮਹਿਕਮੇ ਵਾਲੇ ਵੀ ਉਹ ਪ੍ਰਤਾਪ ਸਿੰਘ ਕਿੱਥੇ ਆ, ਪਰ ਉਹ ਸਾਨੂੰ ਕਿਸੇ ਨੂੰ ਨਹੀਂ ਮਿਲਿਆ ਜੀ। ਤੇ ਹੁਣ ਕਿਸ ਤਰ੍ਹਾਂ ਤੁਹਾਨੂੰ ਉਹਦੀ ਪਤਾ ਲੱਗਾ ਕਿ ਉਹ ਪਟਿਆਲੇ ਦੇ ਵਿੱਚ ਕਿਸੇ ਮਤਲਬ ਕਿ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਗਿਆ ਸੀਗਾ? ਸਰ ਉਹ ਪਤਾ ਕੀ ਆ, ਉਹ ਪਟਿਆਲੇ ਤੋਂ ਫੋਨ ਆਇਆ ਚੌਂਕੀ ਤੋਂ, ਉਹਨਾਂ ਨੇ ਮਤਲਬ ਥਾਣੇ ਸਾਡੇ ਘਰਿੰਡੇ ਫੋਨ ਕੀਤਾ ਵਾ, ਥਾਣੇ ਉਸ ਸਰਪੰਚ ਦਾ ਨੰਬਰ ਲੈ ਕੇ ਤੇ ਸਰਪੰਚ ਨਾਲ ਗੱਲਬਾਤ ਹੋਈ ਉਹਨਾਂ ਦੀ, ਪਿੰਡ ਦੇ ਸਰਪੰਚ ਨਾਲ। ਉਸ ਤੋਂ ਬਾਅਦ ਉਹਨਾਂ ਨੇ ਮੁੜ ਕੇ ਸਰਪੰਚ ਨੇ ਸਾਨੂੰ ਫੋਨ ਕੀਤਾ ਜੀ, ਤੇ ਵੀ ਤੁਹਾਡਾ ਬੰਦਾ ਲੱਭ ਗਿਆ ਵਾ, ਪਟਿਆਲੇ ਸ਼ਹਿਰ ਦੇ ਲਾਗੇ ਪਿੰਡ ਪ੍ਰੌੜ ਪਿੰਡ ਦੇ ਵਿੱਚ ਰਹਿੰਦਾ ਵਾ, ਕਿਸੇ ਜ਼ਿਮੀਂਦਾਰ ਨੇ ਬੰਦੀ ਬਣਾਇਆ ਵਾ ਤੇ ਉਹ ਉੱਥੇ ਰਹਿ ਰਿਹਾ ਵਾ। ਤੇ ਉਸ ਤੋਂ ਅਗਲੇ ਦਿਨ ਉਹਨਾਂ ਕੋਲ ਗਏ ਆ ਜੀ, ਤੇ ਅਗਲੇ ਦਿਨ ਗਏ, ਉਹਨਾਂ ਨਾਲ ਗੱਲਬਾਤ, ਉਹਦੇ ਨਾਲ ਪ੍ਰਤਾਪ ਨਾਲ ਗੱਲਬਾਤ ਹੋਈ ਆ। ਪ੍ਰਤਾਪ ਨੂੰ ਅਸੀਂ ਪੁੱਛਿਆ, ਮੈਂ ਜਾ ਕੇ ਪੁੱਛਿਆ ਬਾਂਹ ਫੜ ਕੇ, ਮੈਂ ਪ੍ਰਤਾਪ ਆਪਾਂ ਤੇਰੇ ਮੈਨੂੰ ਪਛਾਣਿਆ ਤੂੰ? ਮੈਂ ਕੌਣ ਆ? ਆਂਦਾ ਮੈਨੂੰ ਪਤਾ ਲੱਗ ਗਿਆ ਮੇਰਾ ਵੱਡਾ ਭਰਾ ਵਾ ਦਿਲਬਾਗ ਆ। ਦਿਲਬਾਗ ਜੀ, ਜਦੋਂ ਭਰਾ ਨੇ ਕਿਹਾ ਕਿ ਤੁਹਾਡਾ ਨਾਂ ਲਿੱਤਾ, ਉਸ ਟਾਈਮ ਤੇ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ? ਕਿਉਂਕਿ ਹਮੇਸ਼ਾ ਹੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬੜੇ ਭਾਵੁਕ ਹੋ ਜਾਂਦੇ ਨੇ ਉਸ ਸਮੇਂ। ਸਰ ਇੱਕਦਮ ਮੂਡ ਖਰਾਬ ਹੋ ਚੁੱਕਾ, ਦੁਖੀ ਹੋ ਗਿਆ ਪਰ। ਤੁਹਾਡੀਆਂ ਵੀ ਅੱਖਾਂ ਨਮ ਨੇ, ਕਿਤੇ ਖੁਸ਼ੀ ਦੇ ਆਂਸੂ ਤੇ ਨਹੀਂ ਆਏ? ਖੁਸ਼ੀ ਤੇ ਹੈ ਤੁਹਾਨੂੰ, ਮੈਨੂੰ ਖੁਸ਼ੀ ਤਾਂ ਹੈਗੀ ਆ, ਪਰ ਉਦੋਂ ਦੁੱਖ ਵਾਲੀ ਗੱਲ ਹੋ ਗਈ ਵੀ ਅੱਜ ਤੁਹਾਨੂੰ ਇੰਨੇ ਚਿਰ ਬਾਅਦ ਵਿਛੜਿਆ ਭਰਾ ਮਿਲ ਗਿਆ ਵਾ। ਤੇ ਕੀ ਕਾਰਨ ਨਹੀਂ ਉਹਨੇ ਕੁਝ ਦੱਸਿਆ ਕਿ ਕਾਰਨ ਕੀ ਸੀਗਾ? ਨਹੀਂ ਸਰ, ਉਹਨੇ ਕੋਈ ਕਾਰਨ ਨਹੀਂ ਦੱਸਿਆ। ਉਹਨੇ ਮੇਰੇ ਨਾਲ ਇਹੋ ਗੱਲ ਕੀਤੀ, ਮੇਰਾ ਭਰਾ ਵੱਡਾ ਦਿਲਬਾਗ ਆ ਗਿਆ, ਤੇ ਮੈਂ ਉਹਨੂੰ ਆਖਿਆ ਮੈਂ ਵੀ ਪਿੰਡ ਨੂੰ ਚੱਲੀ ਜਾਂਦਾ, ਚੱਲਦੇ ਆ, ਬਸ। ਹੋਰ ਨਹੀਂ ਮੇਰੇ ਨਾਲ ਨਹੀਂ ਗੱਲ, ਉਹਨੇ ਐਦੋਂ ਵੱਧ ਨਹੀਂ ਕੀਤੀ। ਅਕਸਰ ਹੀ ਜਦੋਂ ਦੇਖਿਆ ਜਾਂਦਾ ਹੈ ਕਿ ਜਦੋਂ ਭਰਾ ਦੇ ਨਾਲ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ, ਉਦੋਂ ਬਾਹਾਂ ਟੁੱਟ ਜਾਂਦੀਆਂ ਨੇ। ਅੱਜ ਲੱਗਦਾ ਇੱਕ ਹੋਰ ਬਾਂਹ ਜੁੜ ਗਈ ਨਾਲ। ਹਾਂਜੀ, ਖੁਸ਼ੀ ਵਾਲੀ ਗੱਲ ਹੈ ਜੀ, ਬਹੁਤ ਖੁਸ਼ ਆ, ਸਾਡਾ ਭਰਾ ਜੀਂਦਾ ਵਾ। ਤੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਕਰੋਗੇ ਮੰਗ ਕਿ ਉਸ ਬੰਦੇ ਖਿਲਾਫ ਕਾਰਵਾਈ ਕੀਤੀ ਜਾਵੇ? ਸਰ ਅਸੀਂ ਨੇ ਪੁੱਲ ਉਹਨਾਂ ਨੂੰ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਦਿੱਤਾ ਜਾਵੇ, ਤੇ ਇਹਨੂੰ ਇਨਸਾਫ ਦਿਵਾਇਆ ਜਾਵੇ, ਜੋ ਇਹਦਾ ਹੱਕ ਬਣਦਾ ਇਹਨੂੰ ਮਿਲੇ। ਫਿਰ ਘੱਟ ਹੁਣ ਤਿਆਰੀਆਂ ਕੀਤੀਆਂ ਜਾਣਗੀਆਂ ਜੀ, ਪ੍ਰਤਾਪ ਵਾਪਸ ਆ ਰਿਹਾ, ਖੁਸ਼ੀ ਮਨਾਈ ਜਾਊਗੀ ਪੂਰੀ ਖੁਸ਼ੀ ਮਨਾਈ ਜੀ, ਪੂਰੀ ਖੁਸ਼ੀ ਮਨਾਵਾਂਗੇ ਜੀ, ਘਰ ਆਉਣ ਤੇ ਪੂਰੀ ਖੁਸ਼ੀ ਮਨਾਵਾਂਗੇ। ਸੋ ਅੱਖਾਂ ਦੇ ਹੰਝੂ ਤੁਸੀਂ ਦੇਖ ਸਕਦੇ ਹੋ, ਬੇਸ਼ੱਕ ਖੁਸ਼ੀ ਦੇ ਹੰਝੂ ਨੇ, ਕਿਉਂਕਿ 23 ਸਾਲ ਲੱਗੇ ਨੇ ਖੁਸ਼ੀ ਦੇ ਹੰਝੂ ਆਉਣ ਵਾਸਤੇ। ਹੈਰੀ ਜੀ, ਮੇਰਾ ਸ਼ੁਰੂਆਤ ਇਹੀ ਸੀਗੀ ਕਿ ਬਹੁਤ ਚਰਚਿਤ ਚਿਹਰਾ ਸੀਗਾ ਸਰਬਜੀਤ, ਜਿਹਦੀ ਭੈਣ ਨੇ ਪਾਕਿਸਤਾਨ ਦੇ ਨਾਲ ਪੂਰੀ ਲੜਾਈ ਲਿੱਤੀ। ਕਈ ਇਸ ਤਰ੍ਹਾਂ ਦੇ ਪਰਿਵਾਰ ਵੀ ਨੇ ਜਿਹੜੇ ਸਰਬਜੀਤ ਬਣੇ ਹੋਏ ਨੇ, ਲੇਕਿਨ ਉਹਨਾਂ ਦੀ ਆਵਾਜ਼ ਨਹੀਂ ਕੋਈ ਚੁੱਕ ਸਕਦਾ। ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆ ਰਹੀਆਂ ਨੇ, ਗੱਲਾਂ ਬਾਤਾਂ ਵੀ ਕੀਤੀਆਂ ਜਾ ਰਹੀਆਂ ਨੇ। ਹੁਣ ਤੁਹਾਡੇ ਵੱਲੋਂ ਕੀ ਨਵੀਂ ਰਣਨੀਤੀ ਅਪਣਾਈ ਜਾਵੇਗੀ ਤਾਂ ਜੋ ਕਿ ਜਿਹੜਾ 23 ਸਾਲ ਤੋਂ ਵਿਛੜੀ ਭਰਾਵਾਂ ਦੀ ਬਾਂਹ ਸੀਗੀ ਉਹ ਵਾਪਸ ਮੁੜ ਸਕੇ? ਗੁਰਪ੍ਰੀਤ ਜੀ, ਤੁਹਾਨੂੰ ਪਤਾ ਹੀ ਆ ਵੀ ਲੋਕ ਇਨਸਾਫ ਪਾਰਟੀ ਜਿਹੜੀ ਆ ਹਮੇਸ਼ਾ ਲੋਕਾਂ ਨਾਲ ਖੜੀ ਆ, ਤੇ ਅੱਜ ਜੇ ਸਾਡੇ ਇਲਾਕੇ ਦੇ ਇਤਿਹਾਸਿਕ ਪਿੰਡ ਦਾ, ਚੀਚੇ ਪਿੰਡ ਦਾ ਇਹ ਇੱਕ ਕੇਸ ਸਾਡੇ ਸਾਹਮਣੇ ਆਉਂਦਾ, ਪਹਿਲਾਂ ਤੇ ਇੱਕ ਦੁੱਖ ਆ ਸਾਡੇ ਮਨ 'ਚ ਵੀ। ਸਾਡਾ ਭਰਾ 23 ਸਾਲ, ਕਿਉਂਕਿ ਸਾਡੇ ਇਲਾਕੇ ਦਾ ਹੋਣ ਕਰਕੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਸਾਡੀ ਬਣਦੀ ਹੈ ਲੋਕ ਇਨਸਾਫ ਪਾਰਟੀ ਦੀ, ਕਿ ਉਹ ਸਾਡਾ ਭਰਾ 23 ਸਾਲ ਇੱਕ ਜੱਟ ਦੀ ਜਿਹੜੀ ਜ਼ਿਮੀਂਦਾਰ ਦੀ ਜਿਹੜੀ ਉਹ ਚਾਕਰੀ ਕਰਦਾ, ਜਿਸ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ, ਜਿਸ ਨੂੰ ਕਿਸੇ ਰਿਸ਼ਤੇਦਾਰ ਨਾਲ ਨਹੀਂ ਮਿਲਣ ਦਿੱਤਾ ਜਾਂਦਾ, ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ। ਤੁਸੀਂ ਆਪ ਹੀ ਹਾਲਾਤ ਸਮਝ ਸਕਦੇ ਹੋ ਵੀ ਜਦੋਂ ਇੱਕ ਬੰਦੇ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ, ਉਹਦੇ ਕੋਲ ਸਾਰੀ ਦਿਹਾੜੀ ਡੰਗਰ ਵੱਛਿਆਂ ਨੂੰ ਪੱਠੇ ਪਵਾਏ ਜਾਂਦੇ, ਤੇ ਉਹ ਬੰਦੇ ਦੀ ਮਾਨਸਿਕ ਸਥਿਤੀ ਕੀ ਹੋਊਗੀ। ਪਰ ਫਿਰ ਵੀ ਮੈਂ ਉਸ ਵੀਰ ਦੇ ਹੌਸਲੇ ਨੂੰ ਜਿਹੜੀ ਆ ਉਹ ਸ਼ਾਬਾਸ਼ੀ ਦਿੰਨਾ। ਜਦੋਂ ਇਹ ਵੀਰ ਉੱਥੇ ਪਹੁੰਚਿਆ ਦਿਲਬਾਗ ਸਿੰਘ, ਉਹਨੇ ਫੌਰੀ ਤੌਰ ਤੇ ਆਪਣੇ ਭਰਾ ਨੂੰ ਮਤਲਬ ਪਛਾਣ ਲਿਆ। ਇਹਦਾ ਮਤਲਬ ਵੀ ਕਿਤੇ ਨਾ ਕਿਤੇ ਉਹਦਾ ਦਿਮਾਗ ਹਾਲੇ ਤੱਕ ਠੀਕ ਆ। ਨਾਲ ਦੀ ਨਾਲ ਜਿਹੜੀ ਸਾਡੀ ਰਣਨੀਤੀ ਆ ਵੀ ਇਹ ਇੱਕ ਡਿਪਾਰਟਮੈਂਟ ਦਾ ਬੰਦਾ ਆ, ਜਿਹੜਾ ਡਿਪਾਰਟਮੈਂਟ ਪੰਜਾਬ ਪੁਲਿਸ ਦਾ ਐਸਪੀਓ ਭਰਤੀ ਉਸ ਵੇਲੇ KPS ਗਿੱਲ ਨੇ ਭਰਤੀ ਕੀਤੇ ਸੀ 92 ਦੇ ਵਿੱਚ, ਉਸ ਬੈਚ ਦਾ ਬੰਦਾ ਆ। ਇਸ ਲਈ ਉਸ ਬੈਚ ਦੇ ਬੰਦੇ SHO ਤੱਕ ਵੀ ਪਹੁੰਚੇ ਆ। ਉਹਨਾਂ ਦੇ ਘਰ ਰੋਟੀ ਵੀ ਚੰਗੀ ਪਚ ਰਹੀ ਆ। ਤੁਸੀਂ ਦੇਖ ਰਹੇ ਹੋ ਵੀ ਇਹਨਾਂ ਦੇ ਘਰ ਦੇ ਹਾਲਾਤ ਜੋ 92 ਸੀਗੇ ਉਹ ਤੋਂ ਵੀ ਬੱਤਰ ਹੋਏ ਨੇ, ਕਿਉਂਕਿ ਘਰ ਦੇ ਵਿੱਚੋਂ
ਮਾਂ-ਬਾਪ ਵਿਜੋਗ 'ਚ ਚਲੇ ਗਿਆ 23 ਸਾਲ ਬੱਚੇ ਨੂੰ ਡੀਕ ਕੇ, ਇੱਕ ਭਰਾ ਜਿਹੜਾ ਵਾ ਉਹ ਵਿਜੋਗ 'ਚ ਚਲੇ ਗਿਆ। ਇਸ ਘਰ ਦੇ ਹਾਲਾਤ ਜਿਹੜੇ ਆ, ਕਿਉਂਕਿ ਇਹ ਮਜ਼ਦੂਰ ਪਰਿਵਾਰ ਆ, ਇਹਨਾਂ ਨੂੰ ਕਿਤੇ ਠੰਡੀ ਹਵਾ ਦੀ ਆਸ ਸੀ ਵੀ ਸਾਡਾ ਭਰਾ ਪੰਜਾਬ ਪੁਲਿਸ 'ਚ ਰਹਿ ਕੇ ਇਸ ਘਰ ਦੀ ਤਕਦੀਰ ਬਦਲੂਗਾ, ਇਸ ਘਰ ਦੇ ਜਿਹੜੇ ਹਾਲਾਤ ਬਦਲੇ ਜਾਣਗੇ, ਮਾਂ-ਬਾਪ ਦੀਆਂ ਆਸਾਂ ਤੇ ਖਰਾ ਉਤਰੂਗਾ, ਉਹਦੀ ਜੀਵਨ ਸਾਥੀ ਆਊਗੀ, ਇਸ ਘਰ 'ਚ ਉਹਦੇ ਬੱਚਿਆਂ ਦੀ ਕਲਕਾਰੀ ਫੈਲੂਗੀ। ਪਰ ਇਸ ਵੇਲੇ ਉਹ ਜਿਹੜੀਆਂ ਗੱਲਾਂ ਮਨਫੀ ਹੋ ਗਈਆਂ, ਮਾਂ-ਬਾਪ ਦੇ ਸੁਪਨੇ ਉਹਨਾਂ ਦੀ ਅੱਖਾਂ 'ਚ ਹੀ ਉਹਨਾਂ ਦੇ ਚਲੇ ਗਏ, ਭਰਾ ਦੇ ਸੁਪਨੇ ਉਹਦੇ ਨਾਲ ਚਲੇ ਗਏ। ਪਰ ਇਸ ਵੇਲੇ ਉਹ ਜ਼ਿਮੀਂਦਾਰ ਵੱਲੋਂ ਇੱਕ ਬੜੀ ਹੈਰਾਨਕੁਨ ਗੱਲ ਆ ਵੀ ਜਦੋਂ ਇਹ ਪਰਿਵਾਰ ਉਹਨੂੰ ਲੈਣ ਗਿਆ, ਕਿਉਂਕਿ ਇਹ ਮੈਨੂੰ ਬਾਅਦ ਚੋਂ ਪਤਾ ਲੱਗਾ, ਇਹ ਮਸਲਾ ਮੇਰੇ ਤੋਂ ਬਾਅਦ ਚੋਂ ਆਇਆ, ਪਹਿਲਾਂ ਇਹ ਲੈਣ ਗਏ ਆ, ਤੇ ਉਸ ਜ਼ਿਮੀਂਦਾਰ ਨੇ ਉਸ ਇਨਸਾਨ ਨੂੰ, ਜਿਸ ਇਨਸਾਨ ਨੇ ਉਸ ਦਾ ਡੰਗਰ ਵੱਛਾ ਸਾਂਭਿਆ, ਪੱਠੇ ਪਾਏ, ਉਹਨੂੰ ਬੰਦੂਆ ਰੱਖਿਆ, ਕੀ ਪਤਾ ਰੋਟੀ ਦਿੱਤੀ ਕਿ ਨਹੀਂ ਦਿੱਤੀ, ਕਿਉਂਕਿ ਇਹੋ ਜਿਹੇ ਵੀ ਹਾਲਾਤ ਬਣਦੇ ਨੇ, ਉਸ ਨੂੰ ਉਸ ਮੌਕੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਤੋਂ ਜਾਣ ਤੋਂ ਪਹਿਲਾਂ। ਹੁਣ ਤੁਸੀਂ ਉਹਦੇ ਖਿਲਾਫ ਕੋਈ ਕਾਰਵਾਈ ਕਰਵਾਓਗੇ ਨਾਲ? ਬਿਲਕੁਲ ਜੀ, ਮੈਂ ਡਿਪਾਰਟਮੈਂਟ ਕੱਲ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ, ਉਹਨਾਂ ਨੇ ਭਰੋਸਾ ਦਿਵਾਇਆ ਸਾਨੂੰ, ਉਹਨਾਂ ਨੇ ਸਾਡੀ ਦਰਖਾਸਤ ਚੰਗੀ ਤਰ੍ਹਾਂ ਪੜ੍ਹੀ ਤੇ ਉਸੇ ਵੇਲੇ ਹੀ ਅਟਾਰੀ ਡੀਐਸਪੀ ਨੂੰ ਮਾਰਕ ਕਰਤੀ। ਨਾਲ ਸਾਨੂੰ ਇਹ ਵੀ ਕਿਹਾ ਵੀ ਸੋਮਵਾਰ ਜਾ ਕੇ ਫੌਰੀ ਤੌਰ ਤੇ ਤੁਸੀਂ ਉਹਨਾਂ ਨੂੰ ਮਿਲੋ ਤੇ ਨਾਲ ਤੁਹਾਡੇ ਜਿਹੜੀ ਸਾਡੀ ਡਿਪਾਰਟਮੈਂਟ ਦੇ ਬੰਦੇ ਤੁਹਾਡੇ ਨਾਲ ਭੇਜਾਂਗੇ ਤੇ ਉਹਨੂੰ ਬਾਇੱਜ਼ਤ ਜਿਹੜਾ ਉਹਦੇ ਪਿੰਡ 'ਚ ਆਪਾਂ ਲੈ ਕੇ ਆਵਾਂਗੇ। ਤੇ ਇਸ ਪਿੰਡ 'ਚ ਵੀ ਆਪਾਂ ਘਰ ਘਰ ਦੇਖ ਰਹੇ ਹਾਂ ਵੀ ਜਿੱਥੇ 23 ਸਾਲਾਂ ਬਾਅਦ ਪਰਿਵਾਰ 'ਚ ਉਹ ਬੰਦੇ ਨੇ ਆਉਣਾ, ਖੁਸ਼ੀ ਦੀ ਗੱਲ ਆ ਵੀ ਉਸ ਪਿੰਡ 'ਚ ਵੀ ਖੁਸ਼ੀ ਦੀ ਲਹਿਰ ਇੱਕ ਚੱਲ ਰਹੀ ਹੈ ਵੀ ਸਾਡਾ ਬੱਚਾ ਆਊਗਾ। ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਵਿਰਾਗ ਆ ਗਿਆ ਵੀ ਸਾਡਾ ਭਰਾ, ਸਾਡਾ ਦੋਸਤ, ਸਾਡਾ ਮਿੱਤਰ, ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ 23 ਸਾਲ ਉਸ ਦੁੱਖ ਦੀ ਘੜੀ 'ਚ ਰਿਹਾ। ਸਭ ਤੋਂ ਵੱਡਾ ਪਰਿਵਾਰ ਨੂੰ ਇਹ ਦੁੱਖ ਹੈ। ਕੰਪਨਸੇਸ਼ਨ ਦਵਾਈ ਜਾ ਸਕਦੀ ਹੈ ਜੀ ਜੇ ਅਗਰ ਜ਼ਰੂਰਤ ਪਈ, ਕਿਉਂਕਿ 22-23 ਸਾਲ ਨੌਕਰੀ ਇੱਕ ਇਨਸਾਨ ਨੇ ਕੀਤੀ ਹੋਈ, ਬਹੁਤ ਸਾਰੇ ਪੈਸੇ ਬਣ ਜਾਂਦੇ ਨੇ, ਘਰ ਦੇ ਹਾਲਾਤ ਬੜੇ ਸੁਖੱਲੇ ਹੋ ਜਾਂਦੇ। ਕੀ ਕੰਪਨਸੇਸ਼ਨ ਵੀ ਦਵਾਈ ਜਾ ਸਕਦੀ ਹੈ ਜੇ ਪਰਿਵਾਰ ਨੂੰ, ਜੇ ਅਗਰ ਪ੍ਰਸ਼ਾਸਨ ਤੋਂ ਜ਼ਰੂਰਤ ਪਈ ਤਾਂ? ਬਿਲਕੁਲ ਜੀ, ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਦੇ ਹਾਂ, ਇਹ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਕੈਪਟਨ ਸਾਹਿਬ ਇਸ ਪਰਿਵਾਰ ਦੀ ਸਾਰ ਲਵੋ। 23 ਸਾਲ 2 ਦਹਾਕੇ ਤੋਂ ਵੱਧ ਦਾ ਸਮਾਂ ਇੱਕ ਪਰਿਵਾਰ ਦਾ ਜੀ ਜਿਹਨੂੰ ਬੰਧੂਆ ਮਜ਼ਦੂਰ ਬਣਾ ਕੇ ਇੱਕ ਜ਼ਿਮੀਂਦਾਰ ਨੇ ਪਟਿਆਲੇ ਵਿਖੇ ਰੱਖਿਆ, ਅੱਜ ਜੇ ਉਸ ਦੀ ਸੂਹ ਮਿਲੀ ਆ, ਸਾਨੂੰ ਪਤਾ ਲੱਗਾ, ਤੇ ਕੈਪਟਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਇਸ ਦਾ ਆਪ ਨੋਟਿਸ ਲੈ ਕੇ ਤੇ ਉਸ ਪਰਿਵਾਰ ਦੇ ਉੱਪਰ ਵੀ ਕਾਰਵਾਈ ਕਰਨ ਤੇ ਇਹਨਾਂ ਨੂੰ ਕੰਪਨਸੇਸ਼ਨ ਵੀ ਦਿਵਾਉਣ ਉਸ ਪਰਿਵਾਰ ਦੇ ਕੋਲੋਂ ਵੀ, ਤੇ ਜੋ ਸਰਕਾਰ ਦੇ ਮੁਲਾਜ਼ਮ ਦੀ ਅੱਜ ਤੱਕ ਜੋ ਵੀ ਇਹਦੀ ਤਰੱਕੀ ਹੋਣੀ ਸੀ, ਜੋ ਵੀ ਇਹਦਾ ਬਣਦਾ ਸੀ, ਉਹ ਵੀ ਡਿਪਾਰਟਮੈਂਟ ਵੀ ਦੇਵੇ ਔਰ ਉਸ ਪਰਿਵਾਰ ਨੂੰ ਜੇਲ੍ਹ ਦੇ ਵਿੱਚ ਵੀ ਡੱਕੇ ਔਰ ਉਸ ਪਰਿਵਾਰ ਦੀ ਪ੍ਰਾਪਰਟੀ ਨੂੰ ਅਟੈਚ ਕਰਕੇ ਉਹ ਪ੍ਰਾਪਰਟੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਇਹਨਾਂ ਨੂੰ ਨਿਆਂ ਮਿਲ ਸਕੇ। ਔਰ ਜੋ ਹੋਰ ਵੀ ਸਾਡੇ ਭੈਣ ਭਰਾ, ਜਿਸ ਤਰ੍ਹਾਂ ਤੁਸੀਂ ਅੱਗੇ ਦੱਸਿਆ ਕਿ ਸਰਬਜੀਤ ਵਰਗੇ ਪਾਕਿਸਤਾਨ ਦੇ ਵਿੱਚ ਜੇਲ੍ਹਾਂ ਸੀ, ਹੋਰ ਵੀ ਬੜੇ ਭੈਣ ਭਰਾ ਜਿਹੜੇ ਬੰਧੂਆ ਮਜ਼ਦੂਰ ਬਣਾ ਕੇ ਕੁਝ ਲੋਕਾਂ ਨੇ ਰੱਖੇ ਹੋਏ ਆ, ਉਹਨਾਂ ਨੂੰ ਇੱਕ ਸਬਕ ਮਿਲ ਸਕੇ ਕਿ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੀ ਪ੍ਰਾਪਰਟੀ ਵੀ ਅਟੈਚ ਹੋ ਜੂਗੀ। ਇੱਕ ਲੈਸਨ ਬਣਾਇਆ ਜਾਵੇ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ, ਇਹ ਇੱਕ ਸਬਕ ਸਿਖਾ ਦਿਓ ਇਹਨਾਂ ਲੋਕਾਂ ਨੂੰ ਜਿਹੜੇ ਇਹ ਗਰੀਬ ਲੋਕਾਂ ਦੇ ਨਾਲ ਅਗਵਾ ਕਰਕੇ 22-22 33 ਸਾਲ 23-23 ਸਾਲ ਬੰਦੀ ਬਣਾ ਕੇ ਰੱਖਦੇ ਆ, ਉਹਨਾਂ ਨੂੰ ਇੱਕ ਵਾਰੀ ਜੇਲ੍ਹਾਂ ਦੇ ਵਿੱਚ ਡੱਕ ਦਿਓ ਤਾਂ ਜੋ ਲੋਕਾਂ ਨੂੰ ਇੱਕ ਮੈਸੇਜ ਆ ਸਕੇ। ਔਰ ਮੈਂ ਇੱਕ ਹੋਰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ, ਲੋਕ ਇਨਸਾਫ ਪਾਰਟੀ ਇਸ ਚੀਜ਼ ਦਾ ਨੋਟਿਸ ਲੈ ਚੁੱਕੀ ਆ। ਜੇ ਉਸ ਪਰਿਵਾਰ ਦੇ ਉੱਪਰ ਕਾਰਵਾਈ ਨਾ ਹੋਈ ਔਰ ਜੇ ਇਹ ਪਰਿਵਾਰ ਨੂੰ ਕੰਪਨਸੇਸ਼ਨ ਨਾ ਮਿਲਿਆ, ਮੁਆਵਜ਼ਾ ਨਾ ਮਿਲਿਆ, ਬਣਦਾ ਮੁਆਵਜ਼ਾ ਨਾ ਮਿਲਿਆ, ਲੋਕ ਇਨਸਾਫ ਪਾਰਟੀ ਸਟੇਟ ਲੈਵਲ ਤੇ ਵੱਡਾ ਸੰਘਰਸ਼ ਵਿੱਢੇਗੀ। ਲੇਕਿਨ ਕਿਤਨਾ ਕਿਤੇ ਮੈਂ ਫਿਰ ਤੁਹਾਡੇ ਕੋਲ ਆਨਾ ਜੀ, ਹੁਣ ਆਸ ਬਚ ਗਈ ਆ, ਭਰਾ ਵਾਪਸ ਆਏਗਾ, ਉਸ ਤੋਂ ਬਾਅਦ ਕੀ ਉਹਦੀ ਜ਼ਿੰਦਗੀ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਏਗੀ ਦੁਬਾਰਾ ਤੋਂ? ਕੀ ਕਿਉਂਕਿ ਕਿਹਾ ਜਾ ਰਿਹਾ ਕਿ ਵਿਆਹ ਵੀ ਨਹੀਂ ਉਹਦਾ ਹੋਇਆ, ਕੁਝ ਨਹੀਂ ਕਰਵਾਇਆ ਗਿਆ, ਕਿਆ ਉਹਦੀ ਫਿਰ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕੀਤੀ ਜਾਏਗੀ? ਹਾਂਜੀ ਸਰ, ਬਿਲਕੁਲ ਜੀ, ਉਹਨੂੰ ਲਿਆਵਾਂਗੇ, ਉਹਨੂੰ ਜਿੱਥੋਂ ਤੱਕ ਵੀ ਹੋ ਸਕਿਆ ਉਹਦਾ ਵਿਆਹ ਵੀ ਜ਼ਰੂਰ ਕਰਾਂਗੇ। ਖੁਸ਼ੀ ਦਾ ਮਾਹੌਲ ਪੂਰਾ ਘਰ ਦੇ ਵਿੱਚ ਬਣਿਆ ਹੋਇਆ, ਸਾਰੇ ਪਿੰਡ ਦੇ ਵਿੱਚ ਬਣਿਆ ਹੋਇਆ ਜੀ, ਸਾਰਾ ਪਿੰਡ ਖੁਸ਼ ਹੈ ਇਸ ਚੀਜ਼ ਦਿੱਤੇ। ਹਰ ਕੋਈ ਬੰਦਾ ਆਂਦਾ, ਪਿੰਡ ਦਾ ਭੈਣ ਭਰਾ ਮੋਤਬਾਰ ਬੰਦੇ ਸੱਜਣ, ਉਹ ਦੂਜਾ ਆਂਦਾ ਮੈਨੂੰ ਖੜੋ, ਦੂਜਾ ਆਂਦਾ ਮੈਨੂੰ ਖੜੋ, ਨਾਲ ਮੈਂ ਚੱਲਦਾ, ਸਾਰੇ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਆ ਜੀ। ਤੁਸੀਂ ਹੁਣ ਕੱਲ ਐਸਐਸਪੀ ਸਾਹਿਬ ਨੂੰ ਮਿਲੇ ਸੀਗੇ ਤੁਸੀਂ, ਤੇ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ? ਸਰ ਉਹਨਾਂ ਨੇ ਇਹੋ ਆਖਿਆ ਵੀ ਤੁਸੀਂ ਡੀਐਸਪੀ ਸਾਹਿਬ ਨੂੰ ਮੈਂ ਮਾਰ ਕਰਤੀ ਹੈ, ਦਰਖਾਸਤ ਤੁਹਾਡੀ, ਤੁਸੀਂ ਉਹਨਾਂ ਨੂੰ ਮਿਲੋ ਜਾ ਕੇ, ਜਲਦੀ ਤੁਹਾਡਾ ਨਿਆਂ ਤੁਹਾਨੂੰ ਦਿੱਤਾ ਜਾਊਗਾ। ਤੇ ਹੁਣ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਸਰ, ਅਸੀਂ ਕਾਰਵਾਈ ਦੀ ਫੁੱਲ ਮੰਗ ਕਰਦੇ ਹਾਂ ਵੀ ਇਹਨਾਂ ਦੋਸ਼ੀਆਂ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੈਰੀ ਜੀ, ਪਟਿਆਲੇ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਕਿ ਇਸ ਤਰ੍ਹਾਂ ਦਾ ਜਿਹੜਾ ਕੇਸ ਜਿਹੜਾ ਸਾਹਮਣੇ ਆਇਆ, ਕਿ ਤੁਹਾਡੇ ਵੱਲੋਂ ਕੋਈ ਗੱਲ ਕੀਤੀ ਗਈ ਉਹਨਾਂ ਨਾਲ? ਹਾਂਜੀ ਬਿਲਕੁਲ ਜੀ, ਪਰੋਲ ਪਿੰਡ ਦੇ ਜਿਹੜਾ ਚੌਂਕੀ ਇੰਚਾਰਜ ਆ ਉਸ ਨਾਲ ਮੇਰੀ ਗੱਲ ਹੋਈ, ਉਸ ਨੂੰ ਮੈਂ ਧਿਆਨ 'ਚ ਲਿਆਂਦਾ ਵੀ ਇਹ ਕੇਸ ਇਸ ਤਰ੍ਹਾਂ, ਕਹਿੰਦਾ ਵੀ ਆਲਰੇਡੀ ਮੇਰੇ ਧਿਆਨ 'ਚ ਆ ਤੇ ਤੁਸੀਂ ਆਪਣਾ ਬੰਦਾ ਆਣ ਕੇ ਲੈ ਜਾਓ।
ਮੈਂ ਕਿਹਾ ਅਸੀਂ ਆਪਣਾ ਬੰਦਾ ਕਿਸ ਤਰ੍ਹਾਂ ਲੈ ਜਾਈਏ। ਇੱਕ ਪ੍ਰਸ਼ਾਸਨ ਲਈ ਇੱਕ ਸਵਾਲੀਆ ਚਿੰਨ੍ਹ ਆ, ਪ੍ਰਸ਼ਾਸਨ ਲਈ ਇੱਕ ਨਮੋਸ਼ੀ ਵਾਲੀ ਗੱਲ ਆ। ਉਹ ਕਹਿੰਦਾ ਵੀ ਤੁਸੀਂ ਆਪਣਾ ਬੰਦਾ ਲੈ ਜਾਓ। ਮੈਂ ਕਿਹਾ ਤੁਸੀਂ ਉਸ ਜ਼ਿਮੀਂਦਾਰ ਖਿਲਾਫ ਕੀ ਆਪਣਾ ਕਾਰਵਾਈ ਕਰ ਰਹੇ ਹੋ ਜਿਸ ਨੇ ਇਸ ਨੂੰ ਬੰਦੂਆ ਬਣਾ ਕੇ ਰੱਖਿਆ, ਤੁਹਾਡੇ ਹੀ ਡਿਪਾਰਟਮੈਂਟ ਦਾ ਬੰਦਾ। ਅੱਗੋਂ ਉਲਟਾ ਉਹ ਸਾਡੇ ਨਾਲ ਮਾੜੇ ਚੰਗੇ ਸ਼ਬਦ ਬੋਲਦਾ ਤੇ ਨਾਲ ਦੀ ਨਾਲ ਇਹ ਕਹਿੰਦਾ ਵੀ ਜੇ ਤੁਸੀਂ ਨਿਆਂ ਲੈਣਾ ਫਿਰ ਕੋਰਟ 'ਚ ਜਾਓ। ਤੇ ਇਹ ਮੈਂ ਪ੍ਰਸ਼ਾਸਨ ਦੇ ਉੱਤੇ ਇਹੋ ਜਿਹੇ ਅਫਸਰ ਜਿਹੜੇ ਬੈਠੇ ਆ ਉੱਥੇ, ਇਹ ਪ੍ਰਸ਼ਾਸਨ ਦੇ ਨਾਂ ਦੇ ਉੱਤੇ ਧੱਬਾ ਵਾ। ਇਹੋ ਜਿਹੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਤੇ ਵੀ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਉਹਨਾਂ ਦੇ ਰਿਸ਼ਤੇਦਾਰੀ 'ਚੋਂ ਆ ਜਾਂ ਉਹਨਾਂ ਨਾਲ ਰਲਿਆ ਵਾ ਜਾਂ ਉਹਨੇ ਪੈਸੇ ਚੱਕਿਆ, ਜਦ ਕਿ ਜਿਸ ਬੰਦੇ ਨੇ ਇਹਦੀ ਇਤਲਾਹ ਦਿੱਤੀ ਸੀ ਵੀ ਇਹ ਬੰਦਾ ਤੁਹਾਡਾ ਉੱਥੇ ਮੌਜੂਦ ਆ, ਉਸ ਬੰਦੇ ਨੂੰ ਉਹਨੇ ਹਵਾਲਾਤ 'ਚ ਰੱਖਿਆ। ਪਰ ਉਸ ਜ਼ਿਮੀਂਦਾਰ ਖਿਲਾਫ ਜਿਹੜੀ ਆ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਹਾਲੇ ਤੱਕ ਉਹਨੇ ਸਾਨੂੰ ਕੋਈ ਜਵਾਬ ਦਿੱਤਾ। ਅਸੀਂ ਪ੍ਰਸ਼ਾਸਨ ਤੋਂ ਹੀ ਸਾਰੀ ਮੰਗ ਕਰਦੇ ਹਾਂ ਵੀ ਤੁਹਾਡਾ ਹੀ ਬੰਦਾ ਵਾ, ਤੁਹਾਡਾ ਹੀ ਪ੍ਰਸ਼ਾਸਨ ਨੂੰ ਨੈਗਲੈਕਟ ਕਰ ਰਿਹਾ। ਤੇ ਪ੍ਰਸ਼ਾਸਨ ਜੇ ਨਾ ਸੂਤਰ ਆਇਆ, ਇਹ ਕਿਤੇ ਪਟਿਆਲੇ ਵਾਲਾ ਇਹ ਨਾ ਸੋਚੇ ਵੀ ਅਸੀਂ ਅੰਮ੍ਰਿਤਸਰ ਤੋਂ ਆਉਣਾ ਤੇ ਕਿਤੇ ਥੋੜੀ ਗਿਣਤੀ 'ਚ ਆਉਣਾ। ਅਸੀਂ ਆਪਣੇ ਪੂਰੇ ਲਾਮ ਲਕਸ਼ ਕਰਨਾ, ਉੱਥੇ ਪਹੁੰਚਣਾ, ਪੂਰਾ ਪ੍ਰੈਸ ਮੀਡੀਆ ਨਾਲ ਲੈ ਕੇ ਜਾਵਾਂਗੇ। ਨਾਲ ਦੀ ਨਾਲ ਜਿਹੜੇ ਪਟਿਆਲੇ 'ਚ ਸਾਡੇ ਲੋਕ ਇਨਸਾਫ ਪਾਰਟੀ ਦੇ ਜਿਹੜੇ ਮੈਂਬਰ ਆ, ਉਹਨਾਂ ਨੂੰ ਨਾਲ ਲੈ ਕੇ ਇੱਕ ਵੱਡੀ ਪੱਧਰ ਦੇ ਉੱਤੇ ਉਸ ਚੌਂਕੀ ਦੇ ਬਾਹਰ ਜਾਵਾਂਗੇ ਜਿਸ ਚੌਂਕੀ ਦੇ ਅਫਸਰ ਨੇ ਇਹ ਲੋਕਾਂ ਨਾਲ ਗੱਲਾਂ ਕੀਤੀਆਂ। ਸੋ ਬੰਦੂਆ ਮਜ਼ਦੂਰ ਬਣਾਉਣਾ ਬਹੁਤ ਮਤਲਬ ਕਿ ਨਿੰਦਣਯੋਗ ਵੀ ਹੁੰਦਾ ਹੈ ਤੇ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ। ਲੇਕਿਨ ਘਰ ਦੇ ਹਾਲਾਤ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦੇਣਾ ਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ ਅਤੇ ਪਰਿਵਾਰ ਵੱਲੋਂ ਜੋ ਨੌਜਵਾਨ ਸੀ ਉਹਦੀ ਨੌਕਰੀ ਦੇ ਹੀ ਉਹਨੂੰ ਆਸ ਸੀਗੀ ਕਿ ਉਹ ਨੌਕਰੀ ਕਰੇਗਾ ਤੇ ਘਰ ਦੇ ਹਾਲਾਤ ਜਿਹੜੇ ਨੇ ਸੁਖੱਲੇ ਹੋਣਗੇ। ਲੇਕਿਨ ਕਿਤਨਾ ਕਿਤੇ ਜ਼ਰੂਰ ਜਿਹੜੇ ਬਹੁ ਚਰਚਿਤ ਚਿਹਰੇ ਰਹਿ ਜਾਂਦੇ ਨੇ ਉਹਨਾਂ ਨੂੰ ਤਾਂ ਇਨਸਾਫ ਜ਼ਰੂਰ ਮਿਲ ਜਾਂਦਾ ਹੈ। ਲੇਕਿਨ ਇਸ ਤਰ੍ਹਾਂ ਦੇ ਪਰਿਵਾਰ, ਕਈ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਜੀ ਜਿਹੜੇ ਨੇ ਘਰੋਂ ਗਏ ਨੇ ਲੇਕਿਨ ਹਜੇ ਤੱਕ ਲਾਪਤਾ ਨੇ ਅਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਨਹੀਂ ਕੀਤੀ ਜਾਂਦੀ। ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਕਿਉਂਕਿ ਇੱਕ ਪੁਲਿਸ ਦਾ ਮੁਲਾਜ਼ਮ ਹੋਣ ਦੇ ਕਾਰਨ ਉਸ ਨੂੰ ਲੱਭਣਾ ਪੁਲਿਸ ਦਾ ਪਹਿਲਾ ਫਰਜ਼ ਬਣਦਾ ਸੀਗਾ। ਲੇਕਿਨ ਪਰਿਵਾਰ ਦੀ ਜਦੋਜਹਿਦ ਦੇ ਨਾਲ ਜ਼ਰੂਰ ਉਸ ਆਪਣੇ ਪੁੱਤਰ ਨੂੰ ਜਿਹੜਾ ਆ ਉਹ ਲੱਭਿਆ ਗਿਆ। ਦੂਸਰੇ ਪਾਸੇ ਪਰਿਵਾਰ ਦੇ ਵਿੱਚ ਖੁਸ਼ੀ ਦੇ ਜ਼ਰੂਰ ਅਥਰੂ ਨੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਸ ਤਰ੍ਹਾਂ ਹੀ ਉਹ ਪ੍ਰਤਾਪ ਘਰ ਵਾਪਸ ਪਹੁੰਚੇਗਾ ਤੇ ਜ਼ਰੂਰ ਉਹਦਾ ਢੋਲ ਢਮੱਕੇ ਦੇ ਨਾਲ ਸਵਾਗਤ ਕੀਤਾ ਜਾਵੇਗਾ। ਕੈਮਰਾਮੈਨ ਨਰਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਔਨ 에ਅਰ।